ਸਭ ਤੋਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦੀ ਵੀਡੀਓ 'ਚ ਜੀ ਮੈਂ ਤੁਹਾਨੂੰ ਦੱਸੂਗਾ 5 ਚੀਜ਼ਾਂ ਜੋ ਕਿ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਕੈਨੇਡਾ ਬਾਰੇ। ਵੈਸੇ ਤਾਂ ਜੇ ਦੱਸਣ ਲੱਗ ਜਾਈਏ ਤਾਂ ਬਹੁਤ ਕੁਝ ਹੈਗਾ ਦੱਸਣ ਨੂੰ ਵੀ ਕਿਹੜੀਆਂ ਚੀਜ਼ਾਂ ਕੈਨੇਡਾ 'ਚ ਵਧੀਆ ਨੇ, ਬਟ ਹਾਂ ਉਹਨਾਂ ਵਿੱਚੋਂ ਮੈਂ ਟੌਪ 5 ਜਿਹੜੀਆਂ ਪ੍ਰਾਇੋਰਟੀ ਦੇ ਵਿੱਚ ਟੌਪ ਤੇ ਰੱਖ ਰਿਹਾ ਉਹ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਸ ਵੀਡੀਓ ਰਾਹੀਂ। ਪਹਿਲੇ ਨੰਬਰ ਤੇ ਆ ਜਾਂਦਾ ਜੀ ਇਨਕਮ ਇਕੁਐਲਿਟੀ, ਹਨਾ। ਬਹੁਤ ਹੀ ਵਧੀਆ ਚੀਜ਼ ਲੱਗਦੀ ਹੈ ਜੀ ਮੈਨੂੰ ਇੱਥੇ ਇੱਕ ਇਨਕਮ ਇਕੁਐਲਿਟੀ, ਮਤਲਬ ਕਿ ਸਾਰੇ ਆਲਮੋਸਟ ਇੱਥੇ ਬਰਾਬਰ ਕਮਾਉਂਦੇ ਆ। ਜੇ ਆਪਾਂ ਗੱਲ ਕਰੀਏ ਇੱਕ ਛੋਟਾ ਬੰਦਾ ਹੈ, ਇੱਕ ਜਨਰਲ ਲੇਬਰ ਵਾਲਾ ਬੰਦਾ, ਤੇ ਨਾਲ ਦੇ ਨਾਲ ਉੱਥੇ ਹੀ ਇੱਕ ਬੈਂਕ ਦੇ ਵਿੱਚ ਕੋਈ ਕਲਰਕ ਆ ਜਾਂ ਫਿਰ ਈਵਨ ਕੋਈ ਟੀਚਰ ਵੀ ਆ, ਹਨਾ, ਤਾਂ ਉਹਨਾਂ ਦੀ ਸੈਲਰੀ ਕਹਿ ਲਓ ਵੀ ਆਲਮੋਸਟ ਸੇਮ ਹੁੰਦੀ ਆ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਦੀ ਸੈਲਰੀ ਦੇ ਵਿੱਚ ਸਿਗਨੀਫੀਕੈਂਟ ਡਿਫਰੈਂਸ ਨਹੀਂ ਹੁੰਦਾ ਨਾ, ਮਤਲਬ ਕਿ ਇੱਕ ਬਹੁਤ ਵੱਡਾ ਡਿਫਰੈਂਸ ਨਹੀਂ ਹੁੰਦਾ ਜਿਵੇਂ ਕਿ ਆਪਣੇ ਹੁੰਦਾ ਆ। ਹਾਂ, ਜਿਨ੍ਹਾਂ ਚੀਜ਼ਾਂ 'ਚ ਸੈਲਰੀ ਵੱਧ ਆ ਤਾਂ ਉਹਨਾਂ 'ਚ ਰਿਸਕ ਜ਼ਿਆਦਾ, ਹਨਾ। ਫੋਰ ਐਗਜ਼ਾਮਪਲ ਜੀ ਟਰੱਕਿੰਗ ਦੇ ਵਿੱਚ ਜਿਵੇਂ ਸੈਲਰੀ ਵੱਧ ਆ ਤਾਂ ਉਹਨਾਂ ਦਾ ਰਿਸਕ ਵੀ ਕਿੰਨਾ ਆ। ਤੇ ਆਪਣੇ ਕੀ ਆ ਰਿਸਕ ਵਾਲੀ ਗੱਲ ਵੀ ਜੇ ਆਪਣੇ ਇੱਥੇ ਦੇਖੀਏ ਤਾਂ ਜਿਹੜੀਆਂ ਹਾਈ ਰਿਸਕ ਜੌਬਸ ਨੇ, ਫੋਰ ਐਗਜ਼ਾਮਪਲ ਗੱਲ ਕਰਦੇ ਹਾਂ ਜੀ ਇੱਕ ਮਜ਼ਦੂਰ ਆ ਇੰਡੀਆ ਦੇ ਵਿੱਚ, ਜਿਹੜਾ ਬੰਦਾ ਜਿਵੇਂ ਕੰਸਟਰਕਸ਼ਨ ਸਾਈਟ ਤੇ ਚਾਲੀਆਂ ਲੱਗਦੀਆਂ, ਸਕਾਫੋਲਡਿੰਗ ਲੱਗਦੀ ਹੈ ਨਾ, ਪੈਡ ਹੁੰਦੀ ਹੈ, ਜਿਹੜਾ ਬੰਦਾ ਉੱਤੇ ਚੜਦਾ, ਆਪਣੇ ਤਾਂ ਸੇਫਟੀ ਵੀ ਹੈ ਨਹੀਂ ਕਿ ਤੁਹਾਨੂੰ ਪਤਾ ਆ, ਉੱਥੇ ਤਾਂ ਹੋਰ ਰਿਸਕ ਵੱਧ ਜਾਂਦਾ। ਤੇ ਉਹ ਰਿਸਕ ਜੌਬ ਤੇ ਤੁਸੀਂ ਹਿਸਾਬ ਲਾ ਲਓ ਕਿ ਬੰਦੇ ਨੂੰ ਕਿੰਨੇ ਕੁ ਪੈਸੇ ਮਿਲਦੇ ਹੋਣਗੇ, ਜੋ ਮੈਨੂੰ ਲੱਗਦਾ ਕਿ ਦਿਹਾੜੀ ਹੁੰਦੀ ਆ ਵੀ, ਹਨਾ, ਵੀ ਮੰਡੀ ਚੋਂ ਜਿਵੇਂ ਬੰਦੇ ਚੱਕੇ ਉਹਨਾਂ ਦੀ ਕੀ ਦਿਹਾੜੀ ਆ। ਬਟ ਇੱਥੇ ਜਿਵੇਂ ਜੀ ਉਹੀ ਬੰਦਾ, ਜਿਵੇਂ ਫੋਰ ਐਗਜ਼ਾਮਪਲ ਕੰਸਟਰਕਸ਼ਨ ਵਰਕਰ ਇੱਥੇ ਵੀ ਹੁੰਦੇ ਆ, ਹਨਾ, ਹੈਲਮਟ ਪਾਉਣੇ ਪੈਂਦੇ ਆ। ਪਹਿਲੀ ਗੱਲ ਤਾਂ ਇੱਥੇ ਸੇਫਟੀ ਪੂਰੀ ਆ, ਤੇ ਦੂਜੀ ਗੱਲ ਜੀ ਦੇਖੋ ਇੱਥੇ ਵੀ ਸਕੈਫੋਲਡਿੰਗ ਹੁੰਦੀ ਹੈ, ਇੱਥੇ ਵੀ ਉਹਨਾਂ ਨੇ ਵਰਕਰਾਂ ਨੇ ਉੱਪਰ ਚੜ੍ਹਨਾ। ਤੇ ਮੇਰੇ ਨਾਲ ਜੀ ਦੇਖੋ ਜੱਗੀ ਜਿਹੜਾ ਹੈਗਾ ਉਹ ਕੰਸਟਰਕਸ਼ਨ ਮੈਨੇਜਮੈਂਟ ਦੀ ਸਟੱਡੀ ਕਰਦਾ ਨਾ, ਉਹ ਵੀ ਮੈਨੂੰ ਇਹ ਗੱਲ ਦੱਸਦਾ ਹੁੰਦਾ, ਕਹਿੰਦਾ ਯਾਰ ਵੀ ਪੜ੍ਹਾਈ ਤੋਂ ਕਹਿੰਦਾ ਇੰਨਾ ਕੁਝ ਪਤਾ ਲੱਗਦਾ ਪਿਆ ਵੀ ਇੱਥੇ ਕੰਸਟਰਕਸ਼ਨ ਵਰਕਰ ਦੇ ਕਿੰਨੇ ਕੁ ਰਾਈਟ ਆ, ਹਨਾ, ਕਿੰਨੀ ਉਹਦੀ ਸੇਫਟੀ ਆ, ਪਲੱਸ ਉਹਦੀ ਸੈਲਰੀ ਦੇਖੋ ਜੀ ਹਾਈਐਸਟ ਪੇਡ ਸੈਲਰੀਜ਼ ਆ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ, ਖਾਸ ਕਰਕੇ ਜਿਹੜੀਆਂ ਹਾਈ ਰਾਈਜ਼ ਬਿਲਡਿੰਗਸ ਦੇ ਵਿੱਚ ਜਿਹੜੇ ਕੰਸਟਰਕਸ਼ਨ ਵਰਕਰ ਲੱਗੇ ਆ ਉਹਨਾਂ ਦੀ ਜੀ ਬਹੁਤ ਹਾਈ ਪੇਡ ਜੌਬਸ ਨੇ। ਇਸੇ ਤਰ੍ਹਾਂ ਹੀ ਇੱਕ ਐਗਜ਼ਾਮਪਲ ਹੋਰ ਲਾਓ ਜੀ, ਜਿਵੇਂ ਹੁਣ ਇੱਥੇ ਮਾਈਨਿੰਗ ਵਰਕ ਹੁੰਦਾ ਨਾ, ਮਾਈਨਿੰਗ ਵਰਕ ਆਪਣੇ ਇੰਡੀਆ 'ਚ ਵੀ ਹੈਗਾ, ਇੱਥੇ ਵੀ ਹੈਗਾ। ਮਾਈਨਿੰਗ ਜਿਵੇਂ ਜੀ ਜਿਹੜੀ ਖੁਦਾਈ ਦਾ ਕੰਮ ਹੁੰਦਾ, ਜਿੱਥੋਂ ਆਪਾਂ ਜਿਵੇਂ ਸੋਸ਼ਲ ਸਟੱਡੀਜ਼ 'ਚ ਪੜ੍ਹਦੇ ਸੀ ਖਣਿਜ ਪਦਾਰਥ ਨਿਕਲਦੇ ਆ ਧਰਤੀ 'ਚੋਂ, ਹਨਾ। ਹੁਣ ਇੱਥੇ ਵੀ ਦੇਖੋ ਜੀ ਮਿਨਰਲਸ ਨਿਕਲਦੇ ਆ, ਆਇਰਨ ਓਰ ਨਿਕਲਦੇ ਆ। ਅਲਬਰਟਾ ਦੇ ਵਿੱਚ ਮਾਈਨਿੰਗ ਹੁੰਦੀ ਆ, ਫਿਰ ਇੱਧਰ ਨਿਊ ਫਾਊਂਡਲੈਂਡ ਦੇ ਵਿੱਚ ਆਇਰਨ ਓਰ ਨਿਕਲਦੇ ਆ। ਇਦਾਂ ਹੀ ਹੋਰ ਰਿਮੋਟ ਏਰੀਆਜ਼ ਦੇ ਵਿੱਚ ਵੀ ਮਾਈਨਿੰਗ ਦਾ ਕੰਮ ਹੁੰਦਾ ਆ। ਤੇ ਉਹ ਮਾਈਨਿੰਗ ਦੇ ਕੰਮ ਵਿੱਚ ਦੇਖੋ ਜੀ ਜਿਹੜੇ ਵਰਕਰ ਲੱਗੇ ਆ ਉਹਨਾਂ ਦੀ ਹਾਈਲੀ ਪੇਡ ਜੌਬਸ ਨੇ, ਉਹਨਾਂ ਦੀ ਜੌਬਸ ਦਾ ਜਿਹੜਾ ਪੇ ਰੇਟ ਆ $40 ਪਰ ਆਵਰ ਤੋਂ ਵੀ ਜ਼ਿਆਦਾ ਆ ਰੇਟ, ਹਨਾ। ਹੁਣ ਉਹੀ ਚੀਜ਼ ਆਪਣੇ ਜਿਵੇਂ ਹੁਣ ਇੰਡੀਆ ਦੇ ਵਿੱਚ ਵੀ ਹੈ ਨਾ, ਮਿਡਲ ਇੰਡੀਆ ਦੇ ਵਿੱਚ ਮਾਈਨਿੰਗਸ ਵਾਲਾ ਕੰਮ ਹੈਗਾ, ਮੈਨੂੰ ਬਾਹਲਾ ਪਤਾ ਨਹੀਂ, ਸ਼ਾਇਦ ਉੱਥੇ ਝਾਰਖੰਡ ਦੇ ਵਿੱਚ ਸ਼ਾਇਦ 1-2 ਸਟੇਟਾਂ 'ਚ ਹੋਰ ਆ। ਹੁਣ ਮੰਨ ਲਓ ਜਾਂ ਫਿਰ ਉਦਾਂ ਵੀ ਹੋਰ ਜਿੱਥੇ ਵੀ ਹਾਈ ਰਿਸਕ ਕੰਮ ਆ ਨਾ, ਉੱਥੇ ਜਿਹੜਾ ਮਜ਼ਦੂਰ ਆਪਾਂ ਹਾਇਰ ਕਰਦੇ ਆ ਉਹਨੂੰ ਕਿੰਨੀ ਕੁ ਸੈਲਰੀ ਮਿਲਦੀ, ਅਗੇਨ ਉਹਨੂੰ ਉਹੀ ਜੀ ਜੋ ਮੰਡੀ 'ਚ ਰੇਟ ਚੱਲਦਾ, ਜੋ ਦਿਹਾੜੀ ਹੁੰਦੀ ਹੈ 400-500, ਹੁਣ ਮੈਨੂੰ ਪਤਾ ਨਹੀਂ ਕਿੰਨਾ ਆ, ਬਟ ਹਾਂ ਜੋ ਰੇਟ ਚੱਲਦਾ ਇੱਕ ਉਹ ਸੈਲਰੀ ਦਿੰਦੇ ਆ। ਬਟ ਇੱਥੇ ਦੇਖੋ ਜੀ ਉਹੀ ਵਰਕਰ ਨੂੰ ਸੈਲਰੀ ਵੱਧ ਮਿਲਦੀ ਹੈ, ਈਵਨ ਕਿ ਆਮ ਕੰਮ ਨਾਲੋਂ ਵੱਧ ਮਿਲਦੀ, ਕਿਉਂਕਿ ਉੱਥੇ ਹਾਈ ਰਿਸਕ ਆ, ਹਨਾ। ਸੋ ਤੁਸੀਂ ਹਿਸਾਬ ਲਾ ਲਓ ਵੀ ਇਹ ਡਿਫਰੈਂਸ ਹੈਗਾ ਆ। ਸੋ ਜਿਹੜਾ ਕੈਨੇਡਾ ਦੇ ਵਿੱਚ ਆਹ ਡਿਫਰੈਂਸ ਜੀ ਇੱਥੇ ਆ ਕੇ ਖਤਮ ਹੋ ਜਾਂਦਾ, ਵੀ ਕੋਈ ਛੋਟਾ ਵੱਡਾ ਨਹੀਂ ਰਹਿ ਜਾਂਦਾ, ਆਲਮੋਸਟ ਸਾਰੇ ਬਰਾਬਰ ਹੋ ਜਾਂਦੇ ਆ। ਸੋ ਆਹ ਬੈਨੀਫਿਟ ਮੈਨੂੰ ਬਹੁਤ ਵਧੀਆ ਲੱਗਦਾ, ਵੀ ਕਹਿ ਲਓ ਵੀ ਇੱਕ ਫੇਅਰ ਪਾਲਿਸੀ ਹੋ ਜਾਂਦੀ ਸਾਰਿਆਂ ਵਾਸਤੇ, ਹਨਾ। ਕੋਈ ਇਹ ਨਹੀਂ ਹੈਗਾ ਵੀ ਉਹ ਸ਼ਾਰਟਕਟ ਲਾ ਕੇ ਅੱਗੇ ਚੱਲ ਗਿਆ, ਸਾਰੇ ਮਿਹਨਤ ਕਰਕੇ ਉੱਪਰ ਜਾਣਗੇ ਜੇ ਜਾਣਗੇ। ਦੂਜਾ ਬੈਨੀਫਿਟ ਹੈਗਾ ਜੀ ਸਿਕਿਉਰਿਟੀ, ਹਨਾ। ਵੈਸੇ ਤਾਂ ਇਹਨੂੰ ਜੇ ਐਕਸਪੈਂਡ ਕਰੀਏ ਤਾਂ ਬਹੁਤ ਇਹਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਦੱਸਣ ਵਾਲੀਆਂ, ਪਰ ਮੈਂ ਮੋਟੀ ਜੀ ਤੁਹਾਨੂੰ ਗੱਲ ਦੱਸਦਾ ਪਿਆ। ਫੋਰ ਐਗਜ਼ਾਮਪਲ ਜਿਵੇਂ ਆਪਣੇ ਇੰਡੀਆ 'ਚ ਕਹਿਣ ਲੱਗ ਪੈਂਦੇ ਆ, ਹਨਾ, ਆਮ ਗੱਲ ਆ, ਚਲੋ ਇੱਕ ਸੈਂਸ ਆਫ ਸਿਕਿਉਰਿਟੀ ਵਾਸਤੇ ਕਹਿਣ ਲੱਗ ਪੈਂਦੇ ਆ ਵੀ ਜੀ ਰਾਤ ਹੋਊਗੀ ਜੀ, ਹੁਣ ਨਹੀਂ ਘਰੋਂ ਬਾਹਰ ਨਿਕਲਣਾ, ਹਨਾ। ਇੱਕ ਉਦਾਂ ਹੀ ਇੱਕ ਉਦਾਹਰਨ ਆ ਵੀ ਯਾਰ ਕੋਈ ਮਿਸ ਹੈਪਨ ਨਾ ਹੋ ਜੇ, ਬਟ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਚਾਹੇ ਤੁਸੀਂ ਰਾਤ ਨੂੰ 2 ਵਜੇ 1 ਵਜੇ ਮਿਡਨਾਈਟ ਜਦੋਂ ਮਰਜ਼ੀ ਨਿਕਲੋ, ਇਨ ਕੇਸ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ 911 ਡਾਇਲ ਕਰੋ, ਤੁਹਾਡੇ ਲਈ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਰਾਈਟ ਵੇ ਹਾਜ਼ਰ ਨੇ। ਜੇ ਤੁਹਾਨੂੰ ਲੋੜ ਪੈਂਦੀ ਆ, ਬੰਦਾ ਡਰਦਾ ਨਹੀਂ ਹੈਗਾ ਰਾਤ ਨੂੰ ਨਿਕਲਣ ਲੱਗੇ, ਕਿਉਂਕਿ ਰਾਤਾਂ ਨੂੰ ਆਉਂਦੇ ਆ, ਰਾਤਾਂ ਨੂੰ ਜਾਂਦੇ ਆ। ਤੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜੀ, ਖਾਸ ਕਰ ਕੁੜੀਆਂ ਵਾਸਤੇ। ਕੁੜੀਆਂ ਨੇ ਜਿਵੇਂ ਰਾਤ ਨੂੰ ਸ਼ਿਫਟਾਂ ਤੇ ਜਾਣਾ, ਹਨਾ, ਕੋਈ ਇੱਧਰ ਚੱਕਰ ਹੀ ਨਹੀਂ, ਮਤਲਬ ਇੱਥੇ ਮਤਲਬ ਦਿਨ ਰਾਤ ਵਾਲਾ ਕੋਈ ਹੈ ਹੀ ਨਹੀਂ, ਹਨੇਰੇ ਵਾਲਾ ਕੋਈ ਚੱਕਰ ਹੀ ਨਹੀਂ। ਇੱਥੇ ਲੋਕੀ ਦਿਨ ਰਾਤ ਦੇਖ ਕੇ ਨਹੀਂ ਚੱਲਦੇ, ਇੱਥੇ ਲੋਕੀ ਘੜੀ ਦੀਆਂ ਸੂਈਆਂ ਦੇਖ ਕੇ ਚੱਲਦੇ ਆ, ਟਾਈਮ ਦੇਖ ਕੇ ਚੱਲਦੇ ਆ। ਸੋ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜੀ। ਇੱਕ ਵੱਡਾ ਬਰਡਨ ਤੁਹਾਡੇ ਸਿਰ ਤੋਂ ਲੈ ਜਾਂਦਾ, ਵੀ ਤੁਸੀਂ ਕੰਮਾਂ ਤੇ ਫੋਕਸ ਕਰ ਸਕਦੇ ਹੋ, ਹੋਰ ਚੀਜ਼ਾਂ ਤੇ ਇੱਕ ਸੈਂਸ ਆਫ ਸਿਕਿਉਰਿਟੀ ਮਿਲ ਜਾਂਦੀ ਆ ਤੁਹਾਨੂੰ। ਤੀਜਾ ਬੈਨੀਫਿਟ ਅੱਗੇ ਆ ਗਿਆ ਜੀ
ਫ੍ਰੀ ਮੈਡੀਕਲ ਐਂਡ ਐਜੂਕੇਸ਼ਨ ਹਨਾ। ਦੇਖੋ ਜੀ ਇੰਡੀਆ ਦੇ ਵਿੱਚ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਇੰਡੀਆ ਦੇ ਵਿੱਚ ਇੱਕ ਪਿਓ ਦੇ ਸਿਰ ਤੇ ਕੀ ਟੈਨਸ਼ਨ ਹੁੰਦੀ ਆ, ਇੱਕ ਤਾਂ ਉਹਦੇ ਸਿਰ ਤੇ ਇਹ ਟੈਨਸ਼ਨ ਹੁੰਦੀ ਵੀ ਮੈਂ ਆਪਣੇ ਬੱਚੇ ਨੂੰ ਇੱਕ ਕੁਆਲਿਟੀ ਐਜੂਕੇਸ਼ਨ ਦੇਣੀ ਆ ਤੇ ਉਹਦੇ ਲਈ ਮੈਂ ਪੈਸੇ ਜੋੜਨੇ ਆ, ਮੈਨੂੰ ਪੈਸੇ ਚਾਹੀਦੇ ਆ ਵੀ ਮੈਂ ਇੱਕ ਬੱਚੇ ਨੂੰ ਵਧੀਆ ਸਿੱਖਿਆ ਦੇ ਸਕਾਂ ਹਨਾ। ਪਹਿਲੀ ਟੈਨਸ਼ਨ ਇਹ ਹੁੰਦੀ ਆ। ਦੂਜੀ ਟੈਨਸ਼ਨ ਇਹ ਹੁੰਦੀ ਆ ਵੀ ਕੱਲ ਨੂੰ ਬੰਦੇ ਨੂੰ ਮਹਿਸੂਸ ਹੁੰਦਾ ਵੀ ਯਾਰ ਮੇਰੀ ਘਰ ਵਾਲੀ ਨੂੰ ਨਾ ਕੁਝ ਹੋ ਜੇ, ਮੇਰੇ ਬੱਚੇ ਨੂੰ ਨਾ ਕੋਈ ਰੋਗ ਲੱਗ ਜੇ, ਕੋਈ ਸੱਟ ਫੇਟ ਨਾ ਲੱਗ ਜੇ ਲੱਗ ਜਾਂਦੀ ਆ ਤਾਂ ਐਮਰਜੈਂਸੀ ਮੇਰੇ ਕੋਲ ਫੰਡ ਹੋਣੇ ਚਾਹੀਦੇ ਆ। ਉਹ ਵੀ ਇੱਕ ਲਮਕਦੀ ਤਲਵਾਰ ਆ ਬੰਦੇ ਦੇ ਸਿਰ ਤੇ ਵੀ ਮੇਰਾ ਖਰਚਾ ਕੌਣ ਕਰੂਗਾ ਜੇ ਕੁਝ ਇਦਾਂ ਦਾ ਮਿਸ ਹੈਪਨ ਹੋ ਗਿਆ ਹਨਾ। ਤੇ ਦੇਖੋ ਜੀ ਇਹ ਦੋਵੇਂ ਟੈਨਸ਼ਨਾਂ ਹੁੰਦੀਆਂ ਇੰਡੀਆ ਦੇ ਵਿੱਚ ਤੇ ਇਹ ਦੋਵੇਂ ਚੀਜ਼ਾਂ ਇੱਥੇ ਫ੍ਰੀ ਆ ਇੰਡੀਆ ਦੇ ਵਿੱਚ। ਤਾਂ ਜੀ ਅੱਜ ਦੇ ਟਾਈਮ 'ਚ ਮੈਂ ਦੇਖਿਆ ਵੀ ਨਰਸਰੀ ਕਲਾਸ ਤੋਂ ਹੀ ਮੈਂ ਦੇਖਦਾ ਵੀ ਬੱਚਿਆਂ ਦੇ ਖਰਚੇ ਬਹੁਤ ਹੋ ਗਏ, ਡੋਨੇਸ਼ਨਾਂ ਕਿੰਨੀਆਂ ਹੋ ਗਈਆਂ, ਮੈਨੇਜਮੈਂਟ ਫੀਸ, ਬਿਲਡਿੰਗ ਫੰਡ, ਕਿੰਨਾ ਕੁਝ, ਕਿੰਨੇ ਬਿੱਲ ਵੱਡੇ ਬਣਾ ਰਹੇ ਆ ਅੱਜ ਕੱਲ ਛੋਟੀਆਂ ਕਲਾਸਾਂ ਤੋਂ। ਤੇ 10ਵੀਂ ਤੱਕ ਕਰਦੇ ਮੈਨੂੰ ਲੱਗਦਾ ਇੱਕ ਬੱਚੇ ਤੇ ਕਿੰਨਾ ਪੈਸਾ ਖਰਚ ਹੋ ਜਾਂਦਾ ਉਹਦੀ ਪੜ੍ਹਾਈ ਦੇ ਉੱਤੇ ਹਨਾ। ਹੁਣ ਪਹਿਲਾਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਦੀ। ਵੈਲ ਐਜੂਕੇਸ਼ਨ ਜਿਵੇਂ ਅਸੀਂ ਤਾਂ ਜਿੱਦਾਂ ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਜਾਂ ਟੈਂਪਰੇਰੀ ਵਰਕਰ ਆ ਉਹਨਾਂ ਨੂੰ ਤਾਂ ਚਲੋ ਜੀ ਫੀਸਾਂ ਭਰ ਕੇ ਆਉਂਦੇ ਆ, ਬਟ ਹਾਂ ਇੱਥੇ ਪੱਕੇ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਆ ਕਿਸੇ ਦੇ ਵੀ ਨਾ ਤਾਂ ਉਹਨਾਂ ਨੂੰ ਜੀ ਬੇਸਿਕ ਐਜੂਕੇਸ਼ਨ ਜਿਹੜੀ ਮੇਰੇ ਖਿਆਲ ਨਾਲ 12ਵੀਂ ਤੱਕ ਹੁੰਦੀ ਆ ਉਹ ਤੁਹਾਨੂੰ ਫ੍ਰੀ ਮਿਲਦੀ ਆ। ਉਹਦਾ ਤੁਸੀਂ ਕੋਈ ਪੈਸਾ ਨਹੀਂ ਦੇਣਾ, ਸਰਕਾਰ ਤੁਹਾਨੂੰ ਫ੍ਰੀ ਆਫ ਕਾਸਟ ਇੱਕ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਨਾ। ਈਵਨ ਕਿ ਤੁਹਾਨੂੰ ਜਿਹੜੇ ਪੈਸੇ ਆਉਣੇ ਆ ਜਦੋਂ ਤੱਕ ਬੱਚਾ ਤੁਹਾਡਾ 18 ਸਾਲਾਂ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਨੂੰ ਗਵਰਨਮੈਂਟ ਪੇ ਕਰਦੀ ਆ ਵੀ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਵਧੀਆ ਕਰ ਦਿਓ ਹਨਾ। ਸੋ ਬੰਦੇ ਦੀ ਇੱਕ ਟੈਨਸ਼ਨ ਪਹਿਲਾਂ ਆਹੀ ਦੂਰ ਹੋ ਜਾਂਦੀ ਵੀ ਮੈਂ ਆਪਦੇ ਬੱਚੇ ਪੜਾਉਣੇ ਆ। ਦੂਜੀ ਟੈਨਸ਼ਨ ਜੀ ਦੇਖੋ ਇੱਥੇ ਜਦੋਂ ਤੁਸੀਂ ਵਰਕ ਪਰਮਿਟ ਤੇ ਆ ਗਏ, ਵਰਕ ਪਰਮਿਟ ਤੋਂ ਹੀ ਤੁਹਾਡਾ ਜਿਹੜਾ ਕਹ ਲਓ ਫ੍ਰੀ ਮੈਡੀਕਲ ਜਿਹੜਾ ਟ੍ਰੀਟਮੈਂਟ ਉਹ ਸਟਾਰਟ ਹੋ ਜਾਂਦਾ, ਤੁਹਾਨੂੰ ਕੋਈ ਪੈਸਾ ਨਹੀਂ ਪੇ ਕਰਨਾ ਪੈਂਦਾ, ਤੁਹਾਡਾ ਹੈਲਥ ਕਾਰਡ ਬਣ ਜਾਂਦਾ। ਹੈਲਥ ਕਾਰਡ ਤੇ ਮੇਰੀ ਇੱਕ ਵੀਡੀਓ ਪਹਿਲਾਂ ਵੀ ਬਣੀ ਹੋਈ ਆ, ਉਹ ਦੇਖ ਸਕਦੇ ਹੋ ਐਗਜ਼ੈਕਟ ਬੈਨੀਫਿਟ ਵਾਸਤੇ ਤੇ ਕਿਵੇਂ ਅਪਲਾਈ ਹੁੰਦਾ। ਬਟ ਹੈਲਥ ਕਾਰਡ ਦੇਖੋ ਜੀ ਉਹੀ ਹੈਲਥ ਕਾਰਡ ਸੇਮ ਆ, ਕੋਈ ਪਾਰਸ਼ੀਐਲਿਟੀ ਨਹੀਂ। ਜਿਹੜਾ ਵਰਕ ਪਰਮਿਟ ਹੋਲਡਰ ਆ ਉਹਨੂੰ ਵੀ ਸੇਮ ਹੈਲਥ ਕਾਰਡ ਮਿਲਦਾ, ਉਹੀ ਜਿਹੜਾ ਇੱਕ ਸਿਟੀਜ਼ਨ ਆ ਉਹਨੂੰ ਵੀ ਸੇਮ ਹੈਲਥ ਕਾਰਡ ਮਿਲਦਾ ਹਨਾ। ਹੈਲਥ ਕਾਰਡ ਤੇ ਇਹ ਹੁੰਦਾ ਜੀ ਤੁਹਾਨੂੰ ਕੋਈ ਟੈਸਟ ਹੁੰਦੇ ਆ, ਤੁਹਾਡਾ ਟ੍ਰੀਟਮੈਂਟ ਹੁੰਦਾ, ਐਕਸ-ਰੇ ਵਗੈਰਾ ਹੁੰਦੇ ਆ, ਤੁਹਾਨੂੰ ਕੋਈ ਪੈਸਾ ਉਹਦਾ ਪੇ ਨਹੀਂ ਕਰਨਾ ਪੈਂਦਾ ਤੇ ਦਵਾਈਆਂ ਦੇ ਜਸਟ ਪੈਸੇ ਲੱਗਦੇ ਆ। ਜੇ ਕੋਈ ਸੀਨੀਅਰ ਸਿਟੀਜ਼ਨ ਆ ਤਾਂ ਉਹਦੀਆਂ ਦਵਾਈਆਂ ਵੀ ਫ੍ਰੀ ਹੋ ਜਾਂਦੀਆਂ। ਸੋ ਇਹ ਬਹੁਤ ਵੱਡਾ ਬੈਨੀਫਿਟ ਆ ਜੀ। ਇਹ ਦੋਵੇਂ ਟੈਨਸ਼ਨਾਂ ਕਹ ਲਓ ਇੱਥੇ ਆ ਕੇ ਮੁੱਕ ਜਾਂਦੀਆਂ। ਸੋ ਮੈਨੂੰ ਬਹੁਤ ਵਧੀਆ ਲੱਗਾ ਜੀ ਪਰਸਨਲੀ ਇਹ। ਵੈਸੇ ਉਦਾਂ ਮੈਂ ਹੁਣ ਉੱਥੇ ਦਿੱਲੀ 'ਚ ਸੁਣਿਆ ਵੀ ਦਿੱਲੀ ਦੀ ਜਿਹੜੀ ਸਰਕਾਰ ਆ ਉੱਥੇ ਮੈਡੀਕਲ ਫ੍ਰੀ ਹੋ ਗਿਆ, ਹਰੇਕ ਦਾ ਹੀ ਹੋ ਗਿਆ ਤੇ ਈਵਨ ਕਿ ਦਵਾਈਆਂ ਵੀ ਫ੍ਰੀ ਕਰਤੀਆਂ। ਸੋ ਜੇ ਦਵਾਈਆਂ ਵੀ ਫ੍ਰੀ ਕਰਤੀਆਂ ਤਾਂ ਹੀ ਮੈਂ ਕਹੂੰਗਾ ਵੀ ਉਹ ਤਾਂ ਕੈਨੇਡਾ ਤੋਂ ਵੀ ਵਧੀਆ ਕੰਮ ਕਰਦਾ। ਇੱਥੇ ਵੀ ਚਲੋ ਦਵਾਈਆਂ ਦੇ ਪੈਸੇ ਲੱਗਦੇ ਆ, ਹਾਲੇ ਟ੍ਰੀਟਮੈਂਟ ਕੱਲਾ ਫ੍ਰੀ ਆ। ਸੋ ਉੱਥੇ ਉਹ ਚੀਜ਼ ਬਹੁਤ ਵਧੀਆ ਹੋਈ ਹੈ ਨਾ। ਸੋ ਜੇ ਇਦਾਂ ਦਾ ਜੀ ਬਾਕੀ ਸਟੇਟਾਂ 'ਚ ਹੀ ਹੋ ਜਾਂਦਾ ਤਾਂ ਬਹੁਤ ਵਧੀਆ ਗੱਲ ਆ। ਬਟ ਫॉर ਨਾਓ ਹੁਣ ਅਦਰ ਸਟੇਟਸ ਦੇ ਕੰਪੈਰੀਜ਼ਨ ਦੇ ਵਿੱਚ ਜਿਹੜਾ ਆਪਣੇ ਇੱਥੇ ਕੈਨੇਡਾ ਦਾ ਇਹ ਸਿਸਟਮ ਮੈਨੂੰ ਬੜਾ ਵਧੀਆ ਲੱਗਾ। ਅੱਗੇ ਆ ਗਿਆ ਜੀ ਚੌਥਾ ਬੈਨੀਫਿਟ ਜੋ ਮੈਂ ਰਿਅਲਾਈਜ਼ ਕੀਤਾ ਨਾ ਜੀ, ਉਹ ਹੈਗਾ ਜੀ ਵੀ ਕੈਨੇਡਾ ਮੇਕਸ ਯੂ ਹਾਰਡ ਵਰਕਰ ਹਨਾ। ਮਤਲਬ ਵੀ ਕੈਨੇਡਾ ਤੁਹਾਨੂੰ ਮਿਹਨਤੀ ਬਣਾਉਂਦਾ। ਉਹ ਕਿੱਦਾਂ ਬਣਾਉਂਦਾ ਜੀ ਉਹ ਮੈਂ ਤੁਹਾਨੂੰ ਦੱਸਦਾ। ਦੇਖੋ ਜੀ ਇੱਥੇ ਹਰ ਕੋਈ ਮਿਹਨਤ ਕਰਦਾ, ਚਾਹੇ ਕੋਈ ਵੱਡੇ ਘਰ ਚੋਂ ਆਇਆ, ਚਾਹੇ ਕੋਈ ਜਿਹੜਾ ਬਿਜ਼ਨਸ ਉਧਰ ਸੈੱਟ ਸੀ ਜਿਹੜਾ ਉਧਰੋਂ ਆਇਆ ਉਹ ਵੀ, ਤੇ ਚਾਹੇ ਜਿਹੜਾ ਸਾਡੇ ਵਰਗਾ ਕੋਈ ਆਇਆ ਮਿਡਲ ਕਲਾਸ ਦੇ ਵਿੱਚੋਂ ਹਨਾ ਵੀ ਜਿੰਦਾ ਜਿਹੜਾ ਪਤਾ ਵੀ ਇੰਡੀਆ 'ਚ ਕੁਝ ਨਹੀਂ ਹੈਗਾ ਵੀ ਮਿਹਨਤ ਕਰਨੀ ਹੈ, ਚਾਹੇ ਉਹ ਬੰਦਾ ਜੀ ਇੱਥੇ ਹਰ ਬੰਦਾ ਜੀ ਮਿਹਨਤ ਕਰਦਾ, ਚਾਹੇ ਕੋਈ ਸ਼ੌਂਕ ਨਾਲ ਕਰੇ ਚਾਹੇ ਕੋਈ ਮਜਬੂਰੀ ਨਾਲ ਕਰੇ, ਮਿਹਨਤ ਤੇ ਹਰ ਕੋਈ ਕਰਦਾ। ਮੈਂ ਅੱਜ ਤੱਕ ਜੀ ਇੱਥੇ ਕੋਈ ਬੰਦਾ ਨਹੀਂ ਏਦਾਂ ਦਾ ਦੇਖਿਆ ਵੀ ਜਿਹੜਾ ਵਿਹਲਾ ਬਹਿ ਕੇ ਖਾਂਦਾ ਹੋਵੇ। ਅੱਜ ਕੱਲ ਵਿਹਲੇ ਬੈਠੇ ਆ ਸਾਰੇ, ਉਹ ਗੱਲ ਵੱਖਰੀ ਆ, ਮੈਂ ਵੀ ਵਿਹਲਾ ਅੱਜ ਦੇ ਟਾਈਮ 'ਚ, ਬਟ ਇੱਕ ਨਾਰਮਲ ਲਾਈਫ ਦੇ ਵਿੱਚ ਮੈਂ ਕੋਈ ਏਦਾਂ ਦਾ ਬੰਦਾ ਦੇਖਿਆ ਨਹੀਂ ਵੀ ਜਿਹੜਾ ਵਿਹਲਾ ਬਹਿ ਕੇ ਖਾਂਦਾ ਹੋਵੇ ਹਨਾ। ਉਹ ਚੀਜ਼ ਦਾ ਹੁਣ ਮਤਲਬ ਇਹ ਆ ਜੀ ਵੀ ਜਿਹੜਾ ਦੇਖੋ ਜੀ ਭਾਵੇਂ ਜਿਸ ਬੰਦੇ ਦਾ ਇੱਕ ਬਿਜ਼ਨਸ ਸੈੱਟ ਪਿਆ ਸੀ ਇੰਡੀਆ ਦੇ ਵਿੱਚ ਹਨਾ, ਸਾਰਾ ਕੁਝ ਸਟੇਬਲ ਸੀਗਾ, ਉਹ ਬੰਦਾ ਵੀ ਇੱਥੇ ਆ ਕੇ ਜੀ ਜੇ ਹੋਰ ਨਾ ਸੀ ਤਾਂ ਘੱਟੋ ਘੱਟ ਉਹ ਆਪਦੀ ਗੱਡੀ ਤੇ ਆਪਣਾ ਡਿਲੀਵਰੀਆਂ ਦਾ ਕੰਮ ਕਰਦਾ ਵੀ ਹਾਂ ਜਿਹਨੂੰ ਲੱਗਦਾ ਵੀ ਯਾਰ ਮੈਂ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦਾ, ਐਟਲੀਸਟ ਉਹ ਡਿਲੀਵਰੀਆਂ ਦਾ ਕੰਮ ਕਰਦਾ ਜਾਂ ਹੋਰ ਜਿਹੜੇ ਇੰਡੀਪੈਂਡੈਂਟ ਕੰਮ ਆ ਜਾਂ ਉਬਰ ਕਰ ਲੈਂਦਾ ਹਨਾ। ਮਤਲਬ ਕੰਮ ਕਰਦੇ ਆ, ਇਦਾਂ ਨਹੀਂ ਹੈਗਾ ਵੀ ਬੰਦਾ ਕਹਿ ਦੂ ਵੀ ਮੈਨੂੰ ਇੰਡੀਆ ਤੋਂ ਪੈਸੇ ਆਉਂਦੇ ਆ। ਵੀ ਜਿਹੜੇ ਬੰਦੇ ਆਪਣੇ ਇੰਡੀਆ 'ਚ ਵੀ ਨਹੀਂ ਕੰਮ ਕਰਦੇ ਹੁੰਦੇ ਉਹ ਬੰਦੇ ਵੀ ਇੱਥੇ ਆ ਕੇ ਮਿਹਨਤ ਕਰਨ ਲੱਗ ਪਏ, ਉਹਨਾਂ ਨੂੰ ਵੀ ਮਨੀ ਦੀ ਵੈਲਿਊ ਪਤਾ ਲੱਗ ਗਈ, ਉਹ ਵੀ ਮਨੀ ਮੈਨੇਜਮੈਂਟ ਸਿੱਖ ਗਏ, ਉਹ ਵੀ ਟਾਈਮ ਮੈਨੇਜਮੈਂਟ ਸਿੱਖ ਗਏ। ਕਈ ਬੰਦੇ ਹੀ ਦੇਖੋ ਸਰਕਾਰੀ ਜੌਬਾਂ ਵੀ ਛੱਡ ਕੇ ਆਏ ਆ ਉੱਥੇ, ਉਹਨਾਂ ਨੂੰ ਆ ਕੇ ਟਰਬਲ ਜ਼ਰੂਰ ਆਉਂਦੀ ਆ ਕਿਉਂਕਿ ਉੱਥੇ ਦੇ ਹਿਸਾਬ ਨਾਲ ਇੱਥੇ ਐਫਰਟ ਦੇ ਪੈਸੇ ਆ ਨਾ, ਉੱਥੇ ਸਰਕਾਰੀ ਜੌਬਸ ਦੇ ਵਿੱਚ ਇੰਨਾ ਐਫਰਟ ਨਹੀਂ ਲੱਗਦਾ ਬਟ ਸਾਨੂੰ ਸੈਲਰੀ ਮਿਲਦੀ ਆ, ਬਟ ਹਾਂ ਇੱਥੇ ਐਫਰਟ ਕਰਨਾ ਪੈਂਦਾ। ਹੁਣ ਉਹ ਬੰਦੇ ਭਾਵੇਂ ਆਪਣੀਆਂ ਨੌਕਰੀਆਂ ਛੱਡ ਕੇ ਆਏ ਆ ਬਟ ਤਾਂ ਵੀ ਜੀ ਉਹ ਇੱਥੇ ਆ ਕੇ ਮਿਹਨਤ ਕਰਦੇ ਆ ਚਾਹੇ ਜਿਵੇਂ ਮਰਜ਼ੀ ਆ। ਬਟ ਕਈ ਇਦਾਂ ਦੇ ਵੀ ਹੈਗੇ ਆ ਜੀ ਬੰਦੇ, ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਮੇਰੇ ਨਾਲ ਜੋਸ਼ੀ ਹੈਗਾ, ਜੋਸ਼ੀ ਦੇ ਸਰਕਲ ਦੇ ਵਿੱਚ ਉਹਨਾਂ ਦੇ ਖਾਸ ਬੰਦੇ ਇਦਾਂ ਦੇ ਵੀ ਹੈਗੇ ਕਈ ਜਿਹੜੇ ਕਹਿ ਲਓ ਵੀ
ਮਤਲਬ ਇੰਡੀਆ 'ਚ ਸੈੱਟ ਨੇ, ਉਹ ਆ ਕੇ ਤਾਂ ਗਏ ਆ, ਉਹ ਕਹਿੰਦੇ ਵੀ ਅਸੀਂ ਨਹੀਂ ਭਾਈ ਇੱਥੇ ਰਹਿ ਸਕਦੇ। ਉਹਨਾਂ ਨੂੰ PR ਵੀ ਮਿਲ ਰਹੀ ਸੀ, ਜਿੱਦਾਂ ਕਹ ਲਓ ਪੱਕੇ ਫੈਮਿਲੀ ਮੈਂਬਰ ਨੇ, ਬਟ ਤਾਂ ਵੀ ਕਹਿੰਦੇ ਅਸੀਂ ਨਹੀਂ ਕਹਿੰਦੇ ਅਪਲਾਈ ਕਰਨਾ, ਵੀ ਸਾਨੂੰ ਪਿੰਡ ਹੀ ਸਹੀ ਆ। ਮਤਲਬ ਐਵੇਂ ਦੇ ਬੰਦੇ ਵੀ ਹੁੰਦੇ ਆ। ਜਿਹੜੀ ਚੀਜ਼ ਉੱਥੇ ਸਾਨੂੰ 25 ਸਾਲਾਂ 'ਚ ਸਾਨੂੰ ਸਾਡੇ ਘਰ ਦੇ ਨਹੀਂ ਕਈ ਵਾਰ ਦੱਸ ਪਾਉਂਦੇ, ਉਹ ਜ਼ੋਰ ਤਾਂ ਬਹੁਤ ਲਾਉਂਦੇ ਆ ਬਟ ਅਸੀਂ ਨਹੀਂ ਮੰਨਦੇ ਹਨਾ। ਮਤਲਬ ਉਹ ਚੀਜ਼ ਜਿਹੜੇ 25 ਸਾਲਾਂ 'ਚ ਜਿਹੜੀ ਅਸੀਂ ਉੱਧਰ ਨਹੀਂ ਸਿੱਖ ਪਾਏ, ਇੱਥੇ ਆਉਂਦੇ ਸਾਰ ਹੀ ਬੰਦਾ ਸਿੱਖ ਜਾਂਦਾ ਵੀ ਮਿਹਨਤ ਹੁੰਦੀ ਕੀ ਆ, ਮਿਹਨਤ ਕਰੀਦੀ ਕਿੱਦਾਂ ਆ, ਉਹਨੂੰ ਪਤਾ ਲੱਗ ਜਾਂਦਾ ਹਨਾ। ਸੋ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜੀ, ਵੀ ਇੱਥੇ ਆ ਕੇ ਹਰ ਬੰਦਾ ਮਿਹਨਤੀ ਹੋ ਜਾਂਦਾ ਆ। ਅੱਗੇ 5ਵਾਂ ਬੈਨੀਫਿਟ ਆ ਗਿਆ ਜੀ ਅਫੋਰਡੇਬਿਲਟੀ ਹਨਾ। ਇਹ ਵੀ ਕਹਿ ਲਓ ਜੀ ਹਨਾ ਵੀ ਇੱਧਰਲੀਆਂ ਕੰਟਰੀਆਂ ਦਾ ਇੱਕ ਸਿਸਟਮ ਬਣਿਆ ਹੋਇਆ ਵੀ ਇੱਥੇ ਹਰ ਬੰਦਾ ਆਲਮੋਸਟ ਹਰੇਕ ਚੀਜ਼ ਅਫੋਰਡ ਕਰ ਸਕਦਾ, ਚਾਹੇ ਉਹ ਗੈਜਟਸ ਨੇ, ਡਿਵਾਈਸਿਸ ਨੇ, ਫੋਨ ਨੇ, ਕੋਈ ਅਪਲਾਈਐਂਸਿਸ ਨੇ ਜਾਂ ਫਿਰ ਗੱਡੀ ਆ ਹਨਾ। ਇਹ ਸਾਰੀਆਂ ਚੀਜ਼ਾਂ ਬੰਦਾ ਅਫੋਰਡ ਕਰ ਸਕਦਾ ਐਨੀ ਹਾਊ। ਇੰਡੀਆ ਦੇ ਵਿੱਚ ਇਹ ਚੀਜ਼ ਅਫੋਰਡ ਕਰਨੀ ਇੱਕ ਵੱਡੇ ਬੰਦੇ ਦਾ ਕੰਮ ਆ, ਬਟ ਇੱਥੇ ਇੱਕ ਨਾਰਮਲ ਬੰਦਾ ਵੀ ਇਹ ਚੀਜ਼ਾਂ ਅਫੋਰਡ ਕਰ ਸਕਦਾ, ਚਾਹੇ ਉਹਨੇ ਕੋਈ ਡਿਵਾਈਸਿਸ ਲੈਣੇ, ਕੋਈ $400-500 ਦੀ ਆਈਟਮ ਆ ਹਨਾ। ਇੰਡੀਆ ਦੇ ਵਿੱਚ 25,000 ਖਰਚਣਾ ਵੀ ਮੈਨੂੰ ਲੱਗਦਾ ਵੀ ਇੱਕ ਆਮ ਬੰਦੇ ਵਾਸਤੇ ਮੁਸ਼ਕਿਲ ਜਿਹਾ ਕੰਮ ਆ, ਵੀ ਯਾਰ ਇੰਨੇ ਪੈਸੇ ਮੈਂ ਪਹਿਲੀ ਗੱਲ ਤਾਂ ਜੋੜਦਾ ਮੁਸ਼ਕਿਲ ਨਾਲ ਆ, ਜੋੜ ਕੇ ਫਿਰ ਖਰਚਣ ਦਾ ਨਹੀਂ ਮਨ ਕਰਦਾ। ਬਟ ਇਹ ਤਾਂ ਸਟਿਲ ਬੰਦਾ ਸੋਚ ਲੈਂਦਾ ਯਾਰ ਵੀ 4-5 ਦਿਹਾੜੀਆਂ ਦਾ ਕੰਮ ਆ, ਕੋਈ ਨਹੀਂ ਅੱਗੇ ਕਮਾ ਲਾਂਗੇ। ਤਾਂ ਹੀ ਤੁਸੀਂ ਕਹਿ ਸਕਦੇ ਹੋ ਵੀ ਇੱਥੇ ਆ ਕੇ ਬੰਦਾ ਫੋਨ ਲੈ ਲੈਂਦਾ ਈਜ਼ੀਲੀ। ਫੋਨ ਹੋ ਗਏ, ਗੈਜਟਸ ਹੋ ਗਏ, ਕੰਪਿਊਟਰ, ਲੈਪਟਾਪ, ਹੋਰ ਜੋ ਲਟਰਮ ਪਟਰਮ ਜੋ ਇਲੈਕਟ੍ਰੋਨਿਕਸ ਆ, ਡਿਵਾਈਸਿਸ ਆ ਹਨਾ, ਇਹ ਸਾਰੀਆਂ ਚੀਜ਼ਾਂ ਇੱਕ ਸੌਖੇ ਤਰੀਕੇ ਨਾਲ ਅਫੋਰਡ ਹੋ ਜਾਂਦੀਆਂ। ਈਵਨ ਕਿ ਗੱਡੀਆਂ ਵੀ ਅਫੋਰਡ ਹੋ ਜਾਂਦੀਆਂ। ਹਾਂ ਘਰ ਹੈਗੇ ਜਿਹੜੇ ਥੋੜੇ ਵੱਡੀ ਗੇਮ ਆ ਜਾਂਦੀ ਆ, ਥੋੜੇ ਮਹਿੰਗੀ ਚੀਜ਼ ਆ ਘਰ ਲੈਣੇ, ਬਟ ਹਾਂ ਉਸ ਤੋਂ ਇਲਾਵਾ ਬਾਕੀ ਚੀਜ਼ਾਂ ਕਹਿ ਲਓ ਵੀ ਕੁਝ ਦਿਨਾਂ ਦੀ ਕਮਾਈ ਦੀ ਖੇਡ ਆ ਤੁਹਾਡੇ ਵਾਸਤੇ। ਸੋ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜੀ। ਵਧੀਆ ਕਿਉਂ ਲੱਗਦੀ ਹੈ ਜੀ? ਓਬਵੀਅਸਲੀ ਜੇ ਹੁਣ ਆਪਾਂ ਇੰਡੀਆ ਹੁੰਦੇ ਤਾਂ ਆਪਾਂ ਇੰਡੀਆ 'ਚ ਮੈਨੂੰ ਲੱਗਦਾ ਨਹੀਂ ਵੀ ਮੈਂ 2 ਸਾਲਾਂ ਦੇ ਵਿੱਚ ਕਮਾਈ ਕਰਕੇ ਜਾਂ ਸਾਲ ਦੇ ਵਿੱਚ ਕਮਾਈ ਕਰਕੇ ਆਪਾਂ ਗੱਡੀ ਗੁੱਡੀ ਲੈ ਪਾਉਂਦੇ ਹਨਾ, ਬਟ ਆਪਾਂ ਇੱਥੇ ਆ ਕੇ ਉਹ ਚੀਜ਼ ਅਟੇਨ ਕਰ ਪਾਏ ਆ। ਸੋ ਉਹ ਚੀਜ਼ ਇੱਕ ਮੈਨੂੰ ਵਧੀਆ ਲੱਗਦੀ ਹੈ ਜੀ, ਪਲੱਸ ਪੁਆਇੰਟ ਵੀ ਇੱਥੇ ਅਫੋਰਡੇਬਿਲਟੀ ਹੈਗੀ ਆ। ਤੁਸੀਂ ਇੰਡੀਪੈਂਡੈਂਟ ਆਪਣੀ ਕਮਾਈ ਕਰਕੇ ਆਪਣੇ ਮਨਪਸੰਦ ਦੀਆਂ ਚੀਜ਼ਾਂ ਲੈ ਸਕਦੇ ਹੋ, ਕੱਪੜਾ ਵਧੀਆ ਲੈ ਸਕਦੇ ਹੋ, ਫੋਨ ਵਧੀਆ ਲੈ ਸਕਦੇ ਹੋ, ਗੱਡੀਆਂ ਹੋਰ ਲਟਰਮ ਪਟਰਮ ਜੋ ਵੀ ਹਨਾ, ਮਤਲਬ ਕਾਫੀ ਚੀਜ਼ਾਂ ਤੁਸੀਂ ਅਫੋਰਡ ਕਰ ਲੈਂਦੇ ਹੋ। ਸੋ ਆਹ ਸੀਗੇ ਜੀ 5 ਬੈਨੀਫਿਟ ਜਿਹੜੇ ਕਿ ਮੈਨੂੰ ਬਹੁਤ ਹੀ ਵਧੀਆ ਲੱਗਦੇ ਆ। ਵੈਸੇ ਤਾਂ ਜੀ ਹੋਰ ਲਿਸਟ ਬਣਾਈਏ ਤਾਂ ਬਹੁਤ ਚੀਜ਼ਾਂ ਨੇ ਦੱਸਣ ਲਈ ਵੀ ਆਹ ਵੀ ਵਧੀਆ, ਉਹ ਵੀ ਵਧੀਆ, ਇੱਥੇ ਆਹ ਹੋ ਜਾਂਦਾ, ਉਹ ਹੋ ਜਾਂਦਾ, ਬਟ ਹਾਂ ਉਹ ਕਿਸੇ ਹੋਰ ਵੀਡੀਓ 'ਚ ਆਪਾਂ ਕਿਸੇ ਵੇਲੇ ਗੱਲਬਾਤ ਕਰ ਲਾਂਗੇ। ਬਾਕੀ ਤੁਹਾਨੂੰ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਕੀ ਵਧੀਆ ਲੱਗਾ ਜੀ ਹਨਾ, ਜਿਹੜੇ ਕੈਨੇਡਾ 'ਚ ਰਹਿੰਦੇ ਆ ਉਹ ਜ਼ਰੂਰ ਦੱਸੋ ਕਮੈਂਟਾਂ ਵਿੱਚ, ਮੈਨੂੰ ਵੀ ਪਤਾ ਲੱਗੂਗਾ ਵੀ ਕਿਹੜੀਆਂ ਚੀਜ਼ਾਂ ਵਧੀਆ ਨੇ ਇੱਥੇ। ਤੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਉਹਨਾਂ ਚੀਜ਼ਾਂ ਬਾਰੇ ਤੁਹਾਡੇ ਕੀ ਵਿਚਾਰ ਨੇ, ਕਿ ਤੁਹਾਨੂੰ ਵੀ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ। ਮੈਂ ਦੇਖਣਾ ਚਾਹੂੰਗਾ, ਸੁਣਨਾ ਚਾਹੂੰਗਾ ਵੀ ਤੁਹਾਡੇ ਕੀ ਵਿਚਾਰ ਨੇ। ਸੋ ਕਮੈਂਟ ਜ਼ਰੂਰ ਕਰ ਦਿਓ ਇਸ ਵੀਡੀਓ ਦੇ ਥੱਲੇ। ਤੇ ਠੀਕ ਆ ਜੀ, ਇਸੇ ਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ। ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ, ਇਦਾਂ ਦੀ ਆਪਾਂ ਇੰਟਰਸਟਿੰਗ ਗੱਲਾਂ ਹੋਰ ਵੀ ਅੱਗੇ ਲੈ ਕੇ ਆਵਾਂਗੇ। ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਫੋਲੋ ਕਰ ਲਿਓ ਜੀ @phantom ਸਿੰਘ। ਤੇ ਬਾਕੀ ਜੀ ਸਾਰੇ ਸੇਫ ਰਹੋ, ਹੈਲਦੀ ਰਹੋ, ਆਪਦਾ ਖਿਆਲ ਰੱਖੋ, ਤੇ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ।